ਬੇਅਦਬੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਅਹਿਮ ਮਸਲਾ ਹੈ ਤੇ ਲੋਕਾਂ ਦੀ ਭਾਵਨਾ ਨਾਲ ਵੀ ਜੁੜਿਆ ਹੋਇਆ ਹੈ। 2017 ਵਿੱਚ ਜਦੋਂ ਕੈਪਟਨ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਮਸਲਾ ਉਹਨਾਂ ਨੂੰ ਲਿਆਉਣ ਦਾ ਇੱਕ ਵੱਡਾ ਰੀਜ਼ਨ ਬਣਦਾ ਹੈ ਤੇ ਜਦੋਂ ਕੈਪਟਨ ਜਾਂਦੇ ਨੇ ਇਹ ਮਸਲਾ ਉਹਨਾਂ ਦੇ ਜਾਣ ਦਾ ਵੀ ਇੱਕ ਵੱਡਾ ਰੀਜ਼ਨ ਬਣਦਾ ਹੈ। ਹੁਣ ਚੰਨੀ ਸਰਕਾਰ ਦੇ ਉੱਤੇ ਜ਼ਿੰਮੇਵਾਰੀ ਹੈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ। ਇਸੇ ਕੜੀ ਵਿੱਚ ਪਹਿਲੀ ਵਾਰ ਗੁਰਮੀਤ ਰਾਮ ਰਹੀਮ ਤੋਂ ਨਵੀਂ SIT ਰੋਹਤਕ ਜੇਲ੍ਹ ਪਹੁੰਚਦੀ ਹੈ ਪੁੱਛਗਿੱਛ ਕਰਨ। 114 ਸਵਾਲਾਂ ਦੀ ਲੰਬੀ ਲਿਸਟ ਦੇ ਨਾਲ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਤੋਂ ਲਗਾਤਾਰ 7 ਘੰਟੇ ਪੁੱਛਗਿੱਛ ਹੁੰਦੀ ਹੈ। ਅੱਜ ਨਿਊਜ਼ 18 ਤੁਹਾਨੂੰ ਦੱਸਣ ਜਾ ਰਿਹਾ ਹੈ ਉਹ ਸਵਾਲ ਜਿਹੜੇ SIT ਨੇ ਪੁੱਛੇ ਤੇ ਗੁਰਮੀਤ ਰਾਮ ਰਹੀਮ ਨੇ ਜਿਹੜੇ ਜਵਾਬ ਦਿੱਤੇ, ਉਹ ਅੱਜ ਤੁਸੀਂ ਨਿਊਜ਼ 18 ਪੰਜਾਬ ਤੇ ਦੇਖੋਗੇ ਇਹ ਸੁਪਰ ਐਕਸਕਲੂਸਿਵ ਰਿਪੋਰਟ। ਬੇਅਦਬੀ ਤੇ ਸਭ ਤੋਂ ਵੱਡਾ ਖੁਲਾਸਾ। SIT ਨੇ ਰਾਮ ਰਹੀਮ ਤੋਂ ਪੁੱਛੇ ਕਿਹੜੇ ਸਵਾਲ? ਸਵਾਲਾਂ ਤੇ ਰਾਮ ਰਹੀਮ ਦਾ ਕੀ ਸੀ ਜਵਾਬ? ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦਾ ਕਿਸ ਨੇ ਬਣਾਇਆ ਸੀ ਪਲਾਨ? ਸਿੱਖਾਂ ਤੋਂ ਬਦਲਾ ਲੈਣ ਦੇ ਲਈ ਕਿੱਥੇ ਹੋਈ ਗੁਪਤ ਮੀਟਿੰਗ? ਕੌਣ ਕਰਨਾ ਚਾਹੁੰਦਾ ਸੀ ਦਾਤੂਵਾਲ ਦੀ ਹੱਤਿਆ? किसने ते क्यों करवाई बेअदबी? जाम इंसा पिछे की सी मंशा? जिस पोशाक ते होया विवाद हुण किथे है वो ड्रेस? की डेरे च रखिया होया है गुरु ग्रंथ साहिब? श्री अकाल तख्त साहिब तो किवें मिल गई मुआफी? माफी का की है कनेक्शन? राम रहीम का हनीप्रीत दे नाल की है रिश्ता? राम रहीम दे निशाने ते क्यों सी कुड़म? मौड़ मंडी ब्लास्ट पिछे की सी मंशा? सवालों के चक्रव्यूह विच राम रहीम। SIT ने ਜਦੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਰਾ ਫੋਕਸ ਬੇਅਦਬੀ ਤੇ ਸੀਗਾ। ਬੇਅਦਬੀ ਕਿਹਨੇ ਕਰਾਈ, ਕਿਉਂ ਕਰਵਾਈ, ਕਿਹਦੀ ਮਨਸ਼ਾ ਸੀਗੀ, ਕੌਣ ਲੋਕ ਸ਼ਾਮਿਲ ਸੀਗੇ। ਇੱਕ ਤੋਂ ਬਾਅਦ ਇੱਕ SIT ਦੇ ਸਵਾਲਾਂ ਦੀ ਬੁਛਾਰ ਜਦੋਂ ਰਾਮ ਰਹੀਮ ਦੇ ਸਾਹਮਣੇ ਆਈ ਤਾਂ ਰਾਮ ਰਹੀਮ ਦੇ ਜਵਾਬ ਸੁਣੋ। 8 ਨਵੰਬਰ 2021 ਦਾ ਉਹ ਦਿਨ ਸੀ ਜਦੋਂ 6 ਸਾਲ ਬਾਅਦ ਬੇਅਦਬੀ ਦੇ ਮਾਮਲੇ ਦੇ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੇ ਲਈ ਸੁਨਾਰੀਆ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਦੀ SIT ਦੀ ਟੀਮ ਪਹੁੰਚੀ। SIT ਦੇ ਮੁਖੀ ਸੁਰਿੰਦਰਪਾਲ ਸਿੰਘ ਪਰਮਾਰ ਇਸ ਟੀਮ ਦੀ ਅਗਵਾਈ ਕਰ ਰਹੇ ਸਨ। ਸੁਨਾਰੀਆ ਜੇਲ੍ਹ ਦੀ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਸਵੇਰੇ 10:30 ਵਜੇ SIT ਦੀ ਟੀਮ ਨੇ ਰਾਮ ਰਹੀਮ ਤੋਂ ਬੇਅਦਬੀ ਮਾਮਲੇ ਦੇ ਵਿੱਚ ਸਵਾਲ ਪੁੱਛਣੇ ਸ਼ੁਰੂ ਕੀਤੇ। SIT ਨੇ 114 ਸਵਾਲਾਂ ਦਾ ਪੂਰਾ ਖਾਕਾ ਤਿਆਰ ਕੀਤਾ ਸੀ। ਸਭ ਤੋਂ ਪਹਿਲਾਂ SIT ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਅਤੇ ਬੇਅਦਬੀ ਦੇ ਨਾਲ ਜੁੜੇ ਸਵਾਲ ਪੁੱਛੇ। ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਦਾ ਪਲਾਨ ਕਿਸ ਦਾ ਸੀ? ਮੈਂ ਬਿਲਕੁਲ ਨਹੀਂ ਜਾਣਦਾ। ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਤੋਂ ਬਾਅਦ ਕਿੱਥੇ ਲਿਜਾਇਆ ਗਿਆ? ਹੁਣ ਬਾਕੀ ਅੰਗ ਕਿੱਥੇ ਨੇ? ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੀ ਤੁਸੀਂ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਨੂੰ ਜਾਣਦੇ ਹੋ? ਜੋ ਪੋਸਟਰ 'ਚ ਹੈਂਡਰਾਈਟਿੰਗ ਸੀ ਉਹ ਸੁਖਜਿੰਦਰ ਦੀ ਹੈਂਡਰਾਈਟਿੰਗ ਨਾਲ ਮੈਚ ਹੋ ਗਈ ਸੀ। ਮੈਂ ਅਜਿਹੇ ਕਿਸੇ ਸ਼ਖਸ ਨੂੰ ਨਹੀਂ ਜਾਣਦਾ। ਬੇਅਦਬੀ ਕਰਨ ਪਿੱਛੇ ਤੁਹਾਡੀ ਸੋਚ ਕੀ ਸੀ? ਕੀ ਉਹ ਸੋਚ ਸਫਲ ਹੋਈ ਹੈ? ਅਸੀਂ ਕੋਈ ਬੇਅਦਬੀ ਨਹੀਂ ਕੀਤੀ, ਨਾ ਹੀ ਕਿਸੇ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ। ਖਾਸ ਇੱਕ ਹਿੱਸੇ 'ਚ ਬੇਅਦਬੀ ਕਰਨ ਪਿੱਛੇ ਕੀ ਮਨਸ਼ਾ ਸੀ? ਮੈਂ ਕੁਝ ਨਹੀਂ ਜਾਣਦਾ। ਤੁਹਾਨੂੰ ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕਿਸ ਨੇ ਦੱਸਿਆ? ਮੈਂ ਸਤਸੰਗ ਲਈ ਜਾ ਰਿਹਾ ਸੀ ਤਾਂ ਮੈਨੂੰ ਦਰਸ਼ਨ ਸਿੰਘ ਨੇ ਜਾਣਕਾਰੀ ਦਿੱਤੀ। ਮੈਂ ਕਿਹਾ ਕਿ ਕਾਫੀ ਗਲਤ ਕੰਮ ਹੋਇਆ ਹੈ। ਉਸਨੇ ਨਹੀਂ ਦੱਸਿਆ ਕਿਸ ਨੇ ਬੇਅਦਬੀ ਕੀਤੀ।
ਸਿੱਖਾਂ ਤੋਂ ਬਦਲਾ ਲੈਣ ਲਈ ਕੀ ਇੱਕ ਗੁਪਤ ਮੀਟਿੰਗ ਦੀ ਯੋਜਨਾ ਸੀ? ਨਾ ਤਾਂ ਕੋਈ ਅਜਿਹੀ ਮੀਟਿੰਗ ਹੋਈ ਤੇ ਨਾ ਹੀ ਕੋਈ ਅਜਿਹੀ ਯੋਜਨਾ ਸੀ। ਕੀ ਮੋਹਿੰਦਰਪਾਲ ਬਿੱਟੂ ਦੀ ਹੱਤਿਆ ਬੇਅਦਬੀ ਕਾਰਨ ਹੋਈ? ਮੈਨੂੰ ਜੇਲ੍ਹ ਦੇ ਅਧਿਕਾਰੀ ਨੇ ਦੱਸਿਆ ਸੀ, ਪਰ ਹੱਤਿਆ ਕਿਉਂ ਹੋਈ ਇਹ ਨਹੀਂ ਦੱਸਿਆ ਤੇ ਨਾ ਹੀ ਕਦੇ ਮੈਂ ਪੁੱਛਿਆ। ਭਗੌੜੇ ਮੁਲਜ਼ਮ ਹੁਣ ਕਿੱਥੇ ਨੇ? ਮੈਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਉਹ ਸਵਾਲ ਸਨ ਜੋ ਸਿੱਧੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਅਤੇ ਉਸ ਤੋਂ ਬਾਅਦ ਹੋਈ ਬੇਅਦਬੀ ਅਤੇ ਉਸ ਦੇ ਗੁਨਾਹਗਾਰਾਂ ਦੇ ਨਾਲ ਜੁੜੇ ਸਨ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇ ਵਿੱਚ ਰਾਮ ਰਹੀਮ ਗੋਲਮੋਲ ਜਵਾਬ ਦਿੰਦਾ ਰਿਹਾ, ਪਰ ਐਸਆਈਟੀ ਨੇ ਹਾਰ ਨਹੀਂ ਮੰਨੀ। ਘਟਨਾ ਦੇ ਨਾਲ ਜੁੜੇ ਹੋਰ ਸਵਾਲਾਂ ਦੇ ਜ਼ਰੀਏ ਸੱਚ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਬਿਊਰੋ ਰਿਪੋਰਟ, ਨਿਊਜ਼ 18। ਸ਼ੁਰੂਆਤੀ ਸਵਾਲਾਂ ਵਿੱਚ ਰਾਮ ਰਹੀਮ ਨੇ ਬੇਅਦਬੀ ਦੇ ਸਾਰੇ ਆਰੋਪਾਂ ਤੋਂ ਪੱਲਾ ਝਾੜ ਲਿਆ, ਸਾਫ਼ ਮਨਾ ਕਰਤਾ। ਹੁਣ ਐਸਆਈਟੀ ਦੇ ਸਾਹਮਣੇ ਚੁਣੌਤੀ ਸੀਗੀ ਕਿ ਕਿੱਦਾਂ ਬੇਅਦਬੀ ਦੀ ਘਟਨਾਵਾਂ ਨੂੰ ਸਿਲਸਿਲੇਵਾਰ ਜੋੜ ਕੇ ਪੁੱਛਗਿੱਛ ਕੀਤੀ ਜਾਵੇ। ਇਸੇ ਕੜੀ ਵਿੱਚ ਐਸਆਈਟੀ ਨੇ ਰਾਮ ਰਹੀਮ ਤੇ ਸਿੱਖ ਪ੍ਰਚਾਰਕਾਂ ਦੇ ਰਿਸ਼ਤੇ ਨੂੰ ਲੈ ਕੇ ਰਾਮ ਰਹੀਮ ਤੋਂ ਸਵਾਲ ਦਾਗਣੇ ਸ਼ੁਰੂ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਨਾਲ ਜੁੜੇ ਹਰ ਸਵਾਲ ਤੇ ਰਾਮ ਰਹੀਮ ਕੁਝ ਸ਼ਬਦਾਂ ਦੇ ਵਿੱਚ ਜਵਾਬ ਦੇ ਰਿਹਾ ਸੀ। ਪੁੱਛਗਿੱਛ ਦੇ ਅਗਲੇ ਪੜਾਅ ਦੇ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਨੇ ਬੇਅਦਬੀ ਨਾਲ ਜੁੜੀਆਂ ਹੋਰ ਘਟਨਾਵਾਂ ਨੂੰ ਜੋੜ ਕੇ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਅਤੇ ਰਾਮ ਰਹੀਮ ਤੋਂ ਇੱਕ ਵਾਰ ਮੁੜ ਤੋਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਸਵਾਲਾਂ ਦੇ ਇਸ ਦੌਰ ਦੇ ਵਿੱਚ ਸਿੱਖ ਪ੍ਰਚਾਰਕਾਂ ਦੇ ਨਾਲ ਰਾਮ ਰਹੀਮ ਦੇ ਸਬੰਧਾਂ ਬਾਰੇ ਤਿੱਖੇ ਸਵਾਲ ਪੁੱਛੇ ਗਏ। ਸਭ ਤੋਂ ਪਹਿਲਾ ਸਵਾਲ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਦੇ ਧਾਰਮਿਕ ਦੀਵਾਨ ਦੇ ਵਿੱਚ ਲੋਕਟ ਸੁੱਟਣ ਦੀ ਘਟਨਾ ਦਾ ਸੀ, ਜਿਸ ਤੋਂ ਬਾਅਦ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਬੁਰਜ ਜੋਹਰ ਸਿੰਘ ਬਾਲਾ ਚ ਮਾਝੀ ਦੇ ਦੀਵਾਨ ਚ ਲੋਕਟ ਸੁੱਟਣ ਬਾਰੇ ਕਿਸ ਨੇ ਦੱਸਿਆ? ਇਸ ਬਾਰੇ ਕੁਝ ਨਹੀਂ ਪਤਾ। ਮੈਂ ਤਾਂ ਤੁਹਾਡੇ ਤੋਂ ਸੁਣ ਰਿਹਾ ਹਾਂ। ਜਿਨ੍ਹਾਂ ਨੇ ਕੀਤਾ, ਭਗਵਾਨ ਉਹਨਾਂ ਨੂੰ ਅਕਲ ਦੇਵੇ। ਡੇਰੇ ਨਾਲ ਜੁੜੇ ਲੋਕਟ ਸੁੱਟਣ ਪਿੱਛੇ ਤੁਹਾਡਾ ਐਕਸ਼ਨ ਪਲਾਨ ਕੀ ਸੀ? ਭਗਵਾਨ ਸਾਰਿਆਂ ਨੂੰ ਸਮਤ ਬਖਸ਼ੇ। ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਨਾ ਮੈਂ ਕਿਸੇ ਨੂੰ ਕੁਝ ਕਿਹਾ। ਮਾਂਝੀ ਦੇ ਧਾਰਮਿਕ ਦੀਵਾਨ ਦੇ ਵਿੱਚ ਲੋਕਟ ਸਿੱਟਣ ਦੀ ਘਟਨਾ ਤੋਂ ਐਸਆਈਟੀ ਨੇ ਦਾਦੂਵਾਲ ਦੇ ਕਤਲ ਦੀ ਸਾਜ਼ਿਸ਼ ਅਤੇ ਪੰਥਪ੍ਰੀਤ ਦੇ ਨਾਲ ਡੇਰਾ ਮੁਖੀ ਦੇ ਰਿਸ਼ਤਿਆਂ ਨੂੰ ਲੈ ਕੇ ਵੀ ਅਹਿਮ ਸਵਾਲ ਪੁੱਛੇ। ਰਾਮ ਰਹੀਮ ਤੇ ਇਸ ਦੇ ਜਵਾਬ ਹੈਰਾਨ ਕਰ ਦੇਣ ਵਾਲੇ ਸਨ। ਤੁਹਾਡੇ ਦਾਦੂਵਾਲ, ਰਣਜੀਤ ਸਿੰਘ, ਪੰਥਪ੍ਰੀਤ ਅਤੇ ਮਾਝੀ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਸਨ? ਐਨਾ ਜੋ ਮੈਂ ਕਿਸੇ ਨੂੰ ਨਹੀਂ ਜਾਣਦਾ। ਗੁਖਿਆਵਾਲੀ 'ਚ ਸਾਡੇ ਕਾਫਲੇ ਤੇ ਹਮਲਾ ਹੋਇਆ ਸੀ। ਉਸ ਵੇਲੇ ਮੈਂ ਡਰਾਈਵਰ ਨੂੰ ਗੱਲਾਂ ਕਰਦੇ ਸੁਣਿਆ ਸੀ ਕਿ ਹਮਲੇ ਪਿੱਛੇ ਦਾਦੂਵਾਲ ਦਾ ਹੱਥ ਹੋ ਸਕਦਾ ਹੈ। ਸਾਡੀ ਜਾਂਚ ਸਾਹਮਣੇ ਆਇਆ ਕਿ ਤੁਸੀਂ ਦਾਦੂਵਾਲ ਦੀ ਹੱਤਿਆ ਕਰਨਾ ਚਾਹੁੰਦੇ ਸੀ। ਮੈਂ ਕਿਸੇ ਤੋਂ ਸੁਣਿਆ ਸੀ ਕਿ ਦਾਦੂਵਾਲ ਮੇਰੀ ਹੱਤਿਆ ਕਰਨਾ ਚਾਹੁੰਦਾ ਹੈ, ਪਰ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਤੇ ਨਾ ਹੀ ਕਿਸੇ ਨੂੰ ਮਾਰਨਾ ਚਾਹੁੰਦੇ ਹਾਂ। ਦਾਦੂਵਾਲ ਦੇ ਕਤਲ ਦੀ ਸਾਜ਼ਿਸ਼ ਦੇ ਜਵਾਬ ਦੇ ਵਿੱਚ ਰਾਮ ਰਹੀਮ ਦਾ ਸਵਾਲ ਹੈਰਾਨ ਕਰਨ ਵਾਲਾ ਸੀ। ਡੇਰਾ ਮੁਖੀ ਦੇ ਜਵਾਬ ਤੋਂ ਸਾਫ਼ ਸੀ ਕਿ ਹੁਣ ਉਹ ਐਸਆਈਟੀ ਦੇ ਸਵਾਲਾਂ ਨੂੰ ਲੈ ਕੇ ਅਲਰਟ ਹੋ ਗਿਆ ਹੈ। ਉਧਰ ਐਸਆਈਟੀ ਵੀ ਪੁੱਛਗਿੱਛ ਦੇ ਅਗਲੇ ਦੌਰ ਦੇ ਲਈ ਤਿੱਖੇ ਸਵਾਲ ਤਿਆਰ ਕਰ ਚੁੱਕੀ ਸੀ। ਬਿਊਰੋ ਰਿਪੋਰਟ, ਨਿਊਜ਼ 18। ਐਸਆਈਟੀ ਤੇ ਤਿੱਖੇ ਤੇ ਚੁਣੌਤੀ ਭਰੇ ਸਵਾਲ ਰਾਮ ਰਹੀਮ ਦੇ ਸਾਹਮਣੇ ਲਗਾਤਾਰ ਆ ਰਹੇ ਸੀਗੇ। ਐਸਆਈਟੀ ਨੇ ਰਾਮ ਰਹੀਮ ਦੀ ਧਾਰਮਿਕ ਆਸਥਾ ਨੂੰ ਲੈ ਕੇ ਵੀ ਕਈ ਸਵਾਲ ਪੁੱਛੇ। ਮਕਸਦ ਇਹ ਸੀਗਾ ਕਿ ਕਿਆ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਰਹੀਮ ਦੀ ਆਸਥਾ ਹੈ ਜਾਂ ਨਹੀਂ। ਐਸਆਈਟੀ ਨੇ ਪੁੱਛਗਿੱਛ ਦੇ ਅਗਲੇ ਗੇੜ ਦੇ ਵਿੱਚ ਰਾਮ ਰਹੀਮ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਆਸਥਾ ਨੂੰ ਲੈ ਕੇ ਤਿੱਖੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਹਨਾਂ ਸਵਾਲਾਂ ਦਾ ਮਕਸਦ ਇਹ ਹੋ ਸਕਦਾ ਹੈ ਕਿ ਕੀ ਆਪਣੇ ਆਪ ਨੂੰ ਧਾਰਮਿਕ ਆਗੂ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਦਮ ਭਰਨ ਵਾਲੇ ਰਾਮ ਰਹੀਮ ਤੇ ਕਿਉਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਲਜ਼ਾਮ ਲੱਗ ਰਹੇ ਨੇ ਅਤੇ ਇਸ ਸਭ ਦੇ ਵਿੱਚ ਉਸ ਦਾ ਕੀ ਰੋਲ ਸੀ। ਐਸਆਈਟੀ ਨੇ ਰਾਮ ਰਹੀਮ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸਭ ਤੋਂ ਪਹਿਲਾ ਸਵਾਲ ਪੁੱਛਿਆ, ਤੁਸੀਂ ਕਿਹੜੇ ਧਾਰਮਿਕ ਗ੍ਰੰਥ ਮੰਨਦੇ ਹੋ? ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਮੁੱਢਲੀ ਜਾਣਕਾਰੀ ਹੈ? ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦੇ ਇਲਾਵਾ ਰਾਮਾਇਣ, ਗੀਤਾ, ਬਾਈਬਲ ਤੇ ਕੁਰਾਨ ਸ਼ਰੀਫ ਪੜ੍ਹਦਾ ਹਾਂ। ਕੀ ਡੇਰਾ ਸਿਰਸਾ 'ਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ? ਨਹੀਂ। ਤੁਸੀਂ ਧਾਰਮਿਕ ਗੁਰੂ ਹੋ, ਫਿਰ ਕਿਉਂ ਆਪਣੇ ਸਮਰਥਕਾਂ ਤੋਂ ਬੇਅਦਬੀ ਕਰਵਾਈ? ਮੈਂ ਕਿਸੇ ਨੂੰ ਅਜਿਹਾ ਕੁਝ ਵੀ ਕਰਨ ਨੂੰ ਨਹੀਂ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਆਸਥਾ ਦੇ ਨਾਲ ਜੁੜੇ ਤਿੰਨੇ ਸਵਾਲ ਐਸਆਈਟੀ ਨੇ ਰਾਮ ਰਹੀਮ ਤੋਂ ਪੁੱਛੇ ਸਨ। ਉਸ ਦਾ ਜਵਾਬ ਰਾਮ ਰਹੀਮ ਨੇ ਗੋਲਮੋਲ ਕਰਕੇ ਟਾਲਣ ਦੀ ਕੋਸ਼ਿਸ਼ ਕੀਤੀ। ਸਾਫ਼ ਸੀ ਕਿ ਐਸਆਈਟੀ ਦੀ ਨਜ਼ਰ ਦੇ ਵਿੱਚ ਰਾਮ ਰਹੀਮ ਦੇ ਹਰ ਇੱਕ ਜਵਾਬ ਦੇ ਪਿੱਛੇ ਲੁਕੇ
ਬੇਅਦਬੀ ਦੇ ਉਸ ਸਵਾਲ ਤੇ ਸੀ ਜਿਸ ਦੀ ਘੋਖ ਐਸਆਈਟੀ ਕਰ ਰਹੀ ਸੀ। ਬਿਊਰੋ ਰਿਪੋਰਟ, ਨਿਊਜ਼ 18। ਬੇਅਦਬੀ ਦੇ ਮਾਮਲੇ 2015 ਵਿੱਚ ਸ਼ੁਰੂ ਹੋਏ ਸੀਗੇ, ਲੇਕਿਨ ਇਸ ਤੋਂ ਪਹਿਲਾਂ ਜਾਮੇ ਇੰਸਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵੇਸ਼ਭੂਸ਼ਾ ਧਾਰਨ ਕਰਨ ਦੇ ਦੌਰਾਨ ਹੀ ਸਿੱਖ ਸਮੁਦਾਇ ਤੇ ਰਾਮ ਰਹੀਮ ਵਿੱਚ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਸੀ। ਇਸ ਤੋਂ ਇਲਾਵਾ ਅਕਾਲ ਤਖਤ ਤੋਂ ਮਿਲਾ ਮਾਫੀਨਾਮਾ ਤੇ ਫਿਲਮ MSG 2 ਨੂੰ ਲੈ ਕੇ ਵੀ ਕਾਫੀ ਵਿਵਾਦ ਰਿਹਾ। SIT ਨੇ ਇਸ ਤੋਂ ਲੈ ਕੇ ਵੀ ਇੱਕ ਸਵਾਲ ਰਾਮ ਰਹੀਮ ਤੋਂ ਪੁੱਛਿਆ। ਪੁੱਛਗਿੱਛ ਦੇ ਇਸ ਗੇੜ ਦੇ ਵਿੱਚ SIT ਨੇ ਰਾਮ ਰਹੀਮ ਅਤੇ ਸਿੱਖ ਭਾਈਚਾਰੇ ਦੇ ਵਿਵਾਦ ਦੀਆਂ ਜੜ੍ਹਾਂ ਨੂੰ ਲੈ ਕੇ ਸਵਾਲ ਪੁੱਛੇ। ਜਾਮੇ ਇੰਸਾ ਤੋਂ ਲੈ ਕੇ ਫਿਲਮ MSG ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮਾਫੀ ਦਿੱਤੇ ਜਾਣ ਵਾਲੇ ਹਰ ਉਸ ਸਵਾਲ ਪੁੱਛੇ ਗਏ ਜਿਸ ਦੇ ਤਾਰ ਸਿੱਧੇ ਜਾਂ ਅਸਿੱਧੇ ਤੌਰ ਤੇ ਬੇਅਦਬੀ ਦੇ ਨਾਲ ਜੁੜ ਰਹੇ ਸਨ। ਸਭ ਤੋਂ ਪਹਿਲਾਂ SIT ਨੇ 2007 ਦੇ ਵਿੱਚ ਰਾਮ ਰਹੀਮ ਦੇ ਵੱਲੋਂ ਜਾਮੇ ਇੰਸਾ ਨੂੰ ਲੈ ਕੇ ਸਵਾਲ ਕੀਤਾ। ਜਾਮੇ ਮਨਸ਼ਾ ਪਿੱਛੇ ਕੀ ਮਨਸ਼ਾ ਸੀ? ਕਿਸ ਨੇ ਸਲਾਹ ਦਿੱਤੀ? ਮੈਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ ਸੀ। ਜਿਸ ਡਰੈਸ ਨੂੰ ਲੈ ਕੇ ਵਿਵਾਦ ਹੋਇਆ ਉਹ ਡਰੈਸ ਹੁਣ ਕਿੱਥੇ ਹੈ? ਸ਼ਾਇਦ ਪੁਲਿਸ ਕੋਲ ਹੋਵੇ। ਜਾਮੇ ਹਿੰਸਾ ਕਰਨ ਦੇ ਬਾਅਦ ਮੁਆਫੀ ਮੰਗਣ ਲਈ ਕਿਸ ਨੇ ਕਿਹਾ ਸੀ? ਕੀ ਤੁਸੀਂ ਮਾਫੀਨਾਮੇ ਦੇ ਦਸਤਖਤ ਕੀਤੇ ਸਨ? 4 ਧਰਮਾਂ ਦੇ ਪ੍ਰਚਾਰਕਾਂ ਦੇ ਕਹਿਣ ਤੇ ਮੈਂ ਮੁਆਫੀ ਮੰਗੀ ਸੀ। ਮੈਂ ਉਹਨਾਂ ਦੇ ਨਾਂ ਨਹੀਂ ਜਾਣਦਾ। ਬੇਅਦਬੀ ਦੀ ਘਟਨਾ ਦੀ ਤਹਿ ਤੱਕ ਜਾਣ ਦੇ ਲਈ SIT ਦਾ ਅਗਲਾ ਸਵਾਲ ਫਿਲਮ MSG 2 ਦੀ ਪੰਜਾਬ ਦੇ ਵਿੱਚ ਰਿਲੀਜ਼ ਨੂੰ ਲੈ ਕੇ ਸੀ। ਸਪੈਸ਼ਲ ਇਨਵੈਸਟੀਗੇਸ਼ਨ ਦੀ ਟੀਮ ਨੇ ਫਿਲਮ ਦੀ ਰਿਲੀਜ਼ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮਾਫੀ ਦੇ ਕਨੈਕਸ਼ਨ ਨੂੰ ਜੋੜਨ ਦੇ ਲਈ ਰਾਮ ਰਹੀਮ ਤੋਂ ਇੱਕ ਤੋਂ ਬਾਅਦ ਇੱਕ ਕਈ ਸਵਾਲ ਪੁੱਛੇ। ਪੰਜਾਬ 'ਚ ਤੁਹਾਡੀ ਫਿਲਮ ਦਾ ਵਿਰੋਧ ਹੋਇਆ, ਕਿਸ ਨੇ ਰਿਲੀਜ਼ ਕਰਵਾਈ? ਦਰਸ਼ਨ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਪੰਜਾਬ 'ਚ ਫਿਲਮ ਰਿਲੀਜ਼ ਨਹੀਂ ਹੋ ਰਹੀ। ਕੌਣ ਵਿਰੋਧ ਕਰ ਰਿਹਾ ਹੈ ਇਹ ਨਹੀਂ ਦੱਸਿਆ। MSG 2 ਰਿਲੀਜ਼ ਹੋਣ ਦੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੇ ਮੁਆਫੀਨਾਮਾ ਵਾਪਸ ਕਿਉਂ ਲਿਆ? ਮੈਨੂੰ ਦਰਸ਼ਨ ਸਿੰਘ ਨੇ ਇਸ ਬਾਰੇ ਦੱਸਿਆ ਸੀ ਪਰ ਕਾਰਨ ਨਹੀਂ ਦੱਸਿਆ। ਇਸ ਦੇ ਬਾਰੇ ਦਰਸ਼ਨ ਸਿੰਘ ਹੀ ਦੱਸ ਸਕਦਾ ਹੈ। 18 ਸਤੰਬਰ 2015 ਨੂੰ MSG 2 ਰਿਲੀਜ਼ ਹੁੰਦੀ ਹੈ। 24 ਸਤੰਬਰ 2015 ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਤੁਹਾਨੂੰ ਮਾਫ ਕਰ ਦਿੰਦਾ ਹੈ। ਇਸ ਦਾ ਕੀ ਕਨੈਕਸ਼ਨ ਹੈ? ਦਰਸ਼ਨ ਸਿੰਘ ਮੇਰੇ ਕੋਲ ਇੱਕ ਲੈਟਰ ਲੈ ਕੇ ਆਇਆ ਸੀ ਜਿਸ ਤੇ ਮੈਂ ਦਸਤਖਤ ਕੀਤੇ ਸਨ। ਰਾਮ ਰਹੀਮ ਨੇ SIT ਦੀ ਪੁੱਛਗਿੱਛ ਦੇ ਦੌਰਾਨ ਇਹ ਮੰਨਿਆ ਕਿ ਮਾਫੀਨਾਮੇ ਤੇ ਉਸਦੇ ਕੋਲੋਂ ਹਸਤਾਖਰ ਕਰਵਾਏ ਗਏ ਸਨ, ਪਰ MSG 2 ਦੀ ਰਿਲੀਜ਼ ਤੇ ਮਾਫੀਨਾਮੇ ਦਾ ਆਪਸ ਦੇ ਵਿੱਚ ਕੀ ਕਨੈਕਸ਼ਨ ਸੀ, ਇਸ ਦਾ ਜਵਾਬ ਰਾਮ ਰਹੀਮ ਦੇ ਵੱਲੋਂ ਗੋਲ-ਮੋਲ ਹੀ ਦਿੱਤਾ ਗਿਆ। ਬੇਅਦਬੀ ਨੂੰ ਲੈ ਕੇ ਲਗਾਤਾਰ ਸਵਾਲਾਂ ਦਾ ਸਾਹਮਣਾ ਕਰ ਰਹੇ ਰਾਮ ਰਹੀਮ ਦੇ ਸਾਹਮਣੇ ਇੱਕ ਸਵਾਲ ਹਨੀਪ੍ਰੀਤ ਨੂੰ ਲੈ ਕੇ ਵੀ ਪੁੱਛਿਆ ਗਿਆ। ਹਨੀਪ੍ਰੀਤ ਰਾਮ ਰਹੀਮ ਦੇ ਨਾਲ ਜੁੜਿਆ ਉਹ ਨਾਮ ਹੈ ਜਿਸ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹੇ ਨੇ। ਡੇਰਾ ਸੱਚਾ ਸੌਦਾ ਦੇ ਰੋਜ਼ਾਨਾ ਦੇ ਕੰਮਕਾਜ ਤੋਂ ਲੈ ਕੇ ਰਾਮ ਰਹੀਮ ਦੀਆਂ ਫਿਲਮਾਂ ਦੇ ਵਿੱਚ ਹਨੀਪ੍ਰੀਤ ਹਮੇਸ਼ਾ ਨਜ਼ਰ ਆਉਂਦੀ ਰਹੀ ਹੈ। ਜਦੋਂ ਰਾਮ ਰਹੀਮ ਦੀ ਗ੍ਰਿਫਤਾਰੀ ਦੌਰਾਨ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ ਤਾਂ ਹਿੰਸਾ ਦੇ ਲਈ ਵੀ ਹਨੀਪ੍ਰੀਤ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ। ਇਸ ਪੂਰੀ ਘਟਨਾ ਤੋਂ ਬਾਅਦ ਹਨੀਪ੍ਰੀਤ ਗਾਇਬ ਰਹੀ, ਪਰ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਲੰਬੇ ਵਕਤ ਬਾਅਦ ਹਨੀਪ੍ਰੀਤ ਹੁਣ ਫਿਰ ਤੋਂ ਜੇਲ੍ਹ ਤੋਂ ਬਾਹਰ ਹੈ, ਪਰ ਜਿਸ ਤਰੀਕੇ ਦੇ ਨਾਲ ਰਾਮ ਰਹੀਮ ਦੇ ਹਰ ਇੱਕ ਕੰਮ ਦੇ ਵਿੱਚ ਹਨੀਪ੍ਰੀਤ ਦਾ ਦਖਲ ਰਹਿੰਦਾ ਸੀ, ਇਸ ਲਈ ਬੇਅਦਬੀ ਦੀ ਜਾਂਚ ਕਰ ਰਹੀ SIT ਨੇ ਵੀ ਰਾਮ ਰਹੀਮ ਦੇ ਕੋਲੋਂ ਪੁੱਛਗਿੱਛ ਦੇ ਦੌਰਾਨ ਹਨੀਪ੍ਰੀਤ ਨੂੰ ਲੈ ਕੇ ਵੀ ਸਵਾਲ ਪੁੱਛੇ। ਹਨੀਪ੍ਰੀਤ ਕੌਣ ਹੈ? ਕੀ ਉਸ ਨੂੰ ਗੋਦ ਲੈਣ ਲਈ ਕੋਈ ਕਾਗਜ਼ ਤਿਆਰ ਕੀਤੇ ਸਨ? ਉਸਦੇ ਆਪਣੇ ਸਹੁਰੇ ਪਰਿਵਾਰ ਨਾਲ ਮਤਭੇਦ ਸਨ ਤੇ ਆਪਣੇ ਪਰਿਵਾਰ ਨਾਲ ਡੇਰੇ ਚਾਹੁੰਦੀ ਸੀ, ਇਸ ਲਈ ਉਸ ਨੂੰ ਧਾਰਮਿਕ ਬੇਟੀ ਬਣਾਇਆ। ਹਨੀਪ੍ਰੀਤ ਤੋਂ ਇਲਾਵਾ SIT ਨੇ ਰਾਮ ਰਹੀਮ ਦੇ ਇੱਕ ਹੋਰ ਕਰੀਬੀ ਰਹੇ ਖੱਟਾ ਸਿੰਘ ਨੂੰ ਲੈ ਕੇ ਵੀ ਸਵਾਲ ਪੁੱਛੇ, ਜਿਸ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਖੱਟਾ ਸਿੰਘ ਦੇ ਬਾਅਦ ਤੁਹਾਡਾ ਡਰਾਈਵਰ ਕੌਣ ਸੀ? ਖੱਟਾ ਸਿੰਘ ਕਦੇ ਵੀ ਮੇਰਾ ਡਰਾਈਵਰ ਨਹੀਂ ਰਿਹਾ, ਫੂਲ ਮੇਰਾ ਡਰਾਈਵਰ ਸੀ। ਰਾਮ ਰਹੀਮ ਨੇ ਖੱਟਾ ਸਿੰਘ ਨੂੰ ਆਪਣਾ ਡਰਾਈਵਰ ਮੰਨਣ ਤੋਂ ਇਨਕਾਰ ਕੀਤਾ ਤਾਂ SIT ਦਾ ਅਗਲਾ ਸਵਾਲ ਸੀ ਕਿ ਜਿਸ ਨੇ 2017 ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਬਦਲ ਦਿੱਤਾ ਸੀ। ਮੌੜ ਮੰਡੀ ਬਲਾਸਟ ਦੇ ਪਿੱਛੇ SIT ਰਾਮ ਰਹੀਮ ਦੀ ਮਨਸ਼ਾ ਨੂੰ ਲੈ ਕੇ ਸਵਾਲ ਕੀਤੇ ਗਏ। ਤੁਸੀਂ ਆਪਣੇ ਕੁੜਮ ਨੂੰ ਕਿਉਂ ਮਾਰਨਾ ਚਾਹੁੰਦੇ ਸੀ? ਮੌੜ ਮੰਡੀ ਬਲਾਸਟ ਪਿੱਛੇ ਕੀ ਮਨਸ਼ਾ ਸੀ? ਇਹ ਬਿਲਕੁਲ ਗਲਤ ਹੈ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। SIT ਦੇ ਵੱਲੋਂ ਪੁੱਛੇ ਗਏ 114 ਸਵਾਲਾਂ ਦੇ ਵਿੱਚੋਂ ਇਹ ਉਹ ਸਵਾਲ ਸਨ ਜਿਸ ਦੇ ਜ਼ਰੀਏ ਬੇਅਦਬੀ ਕਾਂਡ ਦੀਆਂ ਪਰਤਾਂ ਖੋਲ੍ਹਣ ਦੇ ਲਈ ਹੁਣ SIT ਇਹਨਾਂ ਨੂੰ ਆਪਸ ਵਿੱਚ ਲਿੰਕ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਵੱਡਾ ਸਵਾਲ ਇਹ ਹੀ ਹੈ
ਕਿ ਐਸਆਈਟੀ ਦੇ ਸਵਾਲ ਤੇ ਰਾਮ ਰਹੀਮ ਦੇ ਜਵਾਬ ਕਿ ਬੇਅਦਬੀ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾ ਪਾਉਣਗੇ। ਬਿਊਰੋ ਰਿਪੋਰਟ, ਨਿਊਜ਼ 18। 114 ਸਵਾਲਾਂ ਦੀ ਲੰਬੀ ਲਿਸਟ, ਬੇਅਦਬੀ ਦੇ ਆਰੋਪ ਨੂੰ ਰਾਮ ਰਹੀਮ ਨੇ ਨਕਾਰਨਾ ਤੇ ਕਹਿਣਾ ਕਿ ਬੇਅਦਬੀ ਨਹੀਂ ਕਰਵਾਈ। ਪਹਿਲੀ ਵਾਰ ਐਡੇ ਵੱਡੇ ਪੱਧਰ ਤੇ ਐਸਆਈਟੀ ਰੋਹਤਕ ਦੀ ਸੁਨਾਰਿਆ ਜੇਲ੍ਹ ਜਾਂਦੀ ਹੈ, 7 ਘੰਟੇ ਪੁੱਛਗਿੱਛ ਕਰਦੀ ਹੈ, ਲੇਕਿਨ ਹੱਲੇ ਵੀ ਇੱਕ ਵੱਡਾ ਸਵਾਲ ਉੱਥੇ ਦਾ ਉੱਥੇ ਹੀ ਖੜਾ ਹੈ ਕਿ ਆਖਿਰ ਬੇਅਦਬੀਆਂ ਦਾ ਦੋਸ਼ੀ ਕੌਣ ਹੈ, ਕਿਉਂਕਿ ਇਹ ਸਵਾਲ ਸਿਰਫ ਆਮ ਲੋਕ ਹੀ ਨਹੀਂ, ਪੰਜਾਬ ਦੀ ਜਨਤਾ ਵੀ ਜਾਣਨਾ ਚਾਹੁੰਦੀ ਹੈ ਔਰ ਸਵਾਲ ਦਾ ਜਵਾਬ ਕਦੋਂ ਮਿਲੇਗਾ, ਇਹੀ ਉਡੀਕ ਹੈ। ਵੀਡੀਓ ਜਰਨਲਿਸਟ ਸੁਖਜਿੰਦਰ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਚੰਡੀਗੜ੍ਹ।